Hello, my dear students. In this lecture, we are continuing the chapter number 13th. In the previous lecture, we was discussed the topic e-business. ठीक है और in today's lecture, we are continuing the topic outsourcing. So, students, open करो page number 13.13. इन ਸਿੰਪਲ ਲੈਂਗੁਏਜ ਆਊਟਸੋਰਸਿੰਗ ਦਾ ਮਤਲਬ ਸਟੂਡੈਂਟਸ ਕੀ ਹੈ ਕਿ ਆਪਾਂ ਨੇ ਆਪਣਾ ਕੰਮ ਆਪਣੇ ਕੰਮ ਦਾ ਕੁਝ ਪਾਰਟ ਕਿਸੇ ਨੂੰ ਟ੍ਰਾਂਸਫਰ ਕਰਤਾ ਕਿ ਆਪਣਾ ਕੰਮ ਕਿਸੇ ਪਰਸਨ ਨੂੰ ਟ੍ਰਾਂਸਫਰ ਕਰਤਾ ਕਿ ਉਹ ਉਸ ਕੰਮ ਨੂੰ ਕਰਕੇ ਦੇਵੇ ਆਪਾਂ ਨੂੰ ਤਾਂ ਕਿ ਆਪਾਂ ਥੋੜ੍ਹਾ ਜਿਹਾ ਰਿਲੀਫ ਫੀਲ ਕਰੀਏ ਕੰਮ ਤੋਂ ਠੀਕ ਹੈ ਆਪਣਾ ਕੰਮ ਅੱਗੇ ਟ੍ਰਾਂਸਫਰ ਕਰਨਾ ਉਸਨੂੰ ਆਪਾਂ ਕਹਿ ਦਿੰਦੇ ਹਾਂ ਆਊਟਸੋਰਸਿੰਗ इन बुकिश लैंग्वेज ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਐਗਜ਼ੈਕਟ ਮੀਨਿੰਗ ਕੀ ਕਹਿੰਦਾ ਹੈ A businessman may ask an outside agency to perform some activity on his behalf. ਜਦੋਂ ਬਿਜ਼ਨਸਮੈਨ ਕਿਸੇ ਬਾਹਰਲੀ ਏਜੰਸੀ ਨੂੰ ਆਊਟਸਾਈਡ ਏਜੰਸੀ ਹਾਇਰ ਕਰਦਾ ਹੈ ਔਰ ਉਸ ਏਜੰਸੀ ਨੂੰ ਜੋ ਕੰਮ ਹੁੰਦਾ ਬਿਜ਼ਨਸ ਦਾ ਕੁਝ ਕੰਮ ਹੈ ਉਹ ਟ੍ਰਾਂਸਫਰ ਕਰ ਦਿੰਦਾ ਹੈ ਤਾਂ ਕਿ ਉਹ ਏਜੰਸੀ ਉਸ ਬਿਜ਼ਨਸ ਦੇ ਬਿਹਾਫ ਦੇ ਉੱਤੇ ਉਸ ਕੰਮ ਨੂੰ ਕੰਪਲੀਟ ਕਰੇ The service provider is paid for the service and the receiver denotes his energy for some other important activity or core activity. ਜੋ ਆਊਟਸਾਈਡ ਏਜੰਸੀ ਹੋਊਗੀ ਜਿਸ ਏਜੰਸੀ ਨੂੰ ਕੰਮ ਟ੍ਰਾਂਸਫਰ ਕੀਤਾ ਜਾਊਗਾ ਜਿਸ ਕੰਪਨੀ ਨੂੰ ਕੰਮ ਦਿੱਤਾ ਜਾਏਗਾ ਠੀਕ ਹੈ ਉਸਨੂੰ ਉਸ ਕੰਮ ਦੇ ਕਰਨ ਦੇ ਲਈ ਉਸਨੂੰ ਪ੍ਰੋਪਰ ਉਸਦੀ ਜੋ ਵੀ ਪੇਮੈਂਟ ਹੈ ਉਹ ਕੀਤੀ ਜਾਊਗੀ ਉਸਨੂੰ ਪੇ ਕੀਤਾ ਜਾਊਗਾ ਉਸ ਦੇ ਕੰਮ ਦੇ ਲਈ ਇਹ ਕੀਤਾ ਕਿਉਂ ਜਾਂਦਾ ਹੈ ਇਹ ਜਸਟ ਤਾਂ ਕੀਤਾ ਜਾਂਦਾ ਸਟੂਡੈਂਟਸ ਤਾਂ ਕਿ ਜੋ ਬਿਜ਼ਨਸਮੈਨ ਦੇ ਉੱਤੇ ਜੋ ਬੋਝ ਹੁੰਦਾ ਜੋ ਪ੍ਰੈਸ਼ਰ ਹੁੰਦਾ ਠੀਕ ਹੈ ਉਹ ਪ੍ਰੈਸ਼ਰ ਕੰਮ ਦਾ ਉਸਨੂੰ ਥੋੜ੍ਹਾ ਲਾਈਟ ਕੀਤਾ ਜਾਵੇ ਔਰ ਆਪਣੀ ਐਨਰਜੀ ਉਹ ਡਿਵੋਟ ਕਰ ਸਕੇ ਜੋ ਇੰਪੋਰਟੈਂਟ ਐਕਟੀਵਿਟੀਜ਼ ਹੁੰਦੀ ਹੈ ਬਿਜ਼ਨਸ ਦੀਆਂ ਸੋ ਦੈਟ ਕਿ ਕੁਛ ਥੋੜ੍ਹਾ ਮੋਟਾ ਵਰਕ ਹੈ ਉਹ ਅੱਗੇ ਟ੍ਰਾਂਸਫਰ ਕੀਤਾ ਜਾਂਦਾ ਆਊਟਸਾਈਡ ਏਜੰਸੀਜ਼ ਨੂੰ ਕੀਤਾ ਜਾਂਦਾ ਤਾਂ ਕਿ ਕੰਮ ਤੋਂ ਰਿਲੀਫ ਮਿਲ ਸਕੇ ਅੰਡਰ ਆਊਟਸੋਰਸਿੰਗ ਦੀ ਥਿੰਗਸ ਆਰ ਡਨ ਫਰੋਮ ਆਊਟਸਾਈਡ ਸੋਰਸਿਸ ਇੰਸਟੈਡ ਆਫ ਕ੍ਰੀਏਟਿੰਗ ਦੈਮ ਵਿਦਿਨ ਦੀ ਆਰਗੇਨਾਈਜੇਸ਼ਨ ਕਹਿੰਦੇ ਅੰਡਰ ਆਊਟਸੋਰਸਿੰਗ ਦਾ ਮਤਲਬ ਕੀ ਹੈ ਥਿੰਗਸ get done from the outsourced sources ਜੋ ਵੀ ਬਾਹਰਲੀਆਂ ਸੋਰਸਿਸ ਹੁੰਦੇ ਆ ਮਤਲਬ ਕੋਈ ਵੀ ਏਜੰਸੀਜ਼ ਕੰਪਨੀਜ਼ ਕੁਛ ਵੀ ਲਗਾ ਲਓ ਕੋਈ ਪਰਸਨ ਤੋਂ ਠੀਕ ਹੈ ਉਸ ਤੋਂ ਕੰਮ ਕਰਾਉਣਾ ਉਸ ਦੇ ਬਦਲੇ ਉਸਨੂੰ ਪੇਮੈਂਟ ਕੀਤੀ ਜਾਂਦੀ ਹੈ ਜੋ ਵੀ ਸੈਲਰੀਜ਼ ਜੋ ਵੀ ਵੇਜਿਸ ਜੋ ਵੀ ਪੇਮੈਂਟਸ ਹੁੰਦੀਆਂ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਠੀਕ ਹੈ ਉਸ ਕੰਮ ਨੂੰ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਨਾ ਕਰਨ ਦੀ ਬਜਾਏ ਆਪਾਂ ਕਿਸੇ ਬਾਹਰਲੇ ਪਰਸਨ ਤੋਂ ਕਰਾਉਂਦੇ ਹਾਂ ਜਾਂ ਬਾਹਰਲੇ ਕੋਈ ਵੀ ਸੋਰਸ ਤੋਂ ਕਰਵਾਈਏ ਉਸਨੂੰ ਕੀ ਕਹਿੰਦੇ ਆਊਟਸੋਰਸਿੰਗ ਸਟੂਡੈਂਟਸ ਬੇਸਿਕਲੀ ਜੋ ਆਰਗੇਨਾਈਜੇਸ਼ਨਸ ਹੈ ਉਹ ਆਊਟਸੋਰਸਿੰਗ ਇਸ ਲਈ ਵੀ ਕਰਦੀਆਂ ਕਿਉਂਕਿ ਅਗਰ ਉਹ ਆਰਗੇਨਾਈਜੇਸ਼ਨ ਦੇ ਵਿੱਚ ਉਸ ਕੰਮ ਨੂੰ ਕਰਨਗੀਆਂ ਦੈਨ ਉਹਨਾਂ ਨੂੰ ਜ਼ਿਆਦਾ ਕੋਸਟ ਬੇਅਰ ਕਰਨੀ ਪਏਗੀ ਲੇਕਿਨ ਅਗਰ ਆਊਟਸਾਈਡ ਏਜੰਸੀਜ਼ ਹੁੰਦੀਆਂ ਉਸ ਤੋਂ ਕਰਾਏਗੀ ਉਸਨੂੰ ਕੋਸਟ ਵੀ ਘੱਟ ਪੈਂਦੀ ਹੈ ਸਮਟਾਈਮਸ ਕੀ ਹੈ ਉਸਨੂੰ ਉਸ ਕੰਮ ਕਰਨ ਦੇ ਲਈ ਸਪੈਸ਼ਲਿਸਟ ਚਾਹੀਦੇ ਹੁੰਦੇ ਆ ਪ੍ਰੋਫੈਸ਼ਨਲ ਪਰਸਨ ਚਾਹੀਦੇ ਹੁੰਦੇ ਠੀਕ ਹੈ ਇਸ ਲਈ ਕਿ ਕੋਸਟ ਜ਼ਿਆਦਾ ਚਾਹੀਦੀ ਹੈ ਐਕਸਪਰਟਾਈਜ਼ ਚਾਹੀਦੀ ਹੁੰਦੀ ਹੈ ਲੇਕਿਨ ਜੋ ਏਜੰਸੀਜ਼ ਹੁੰਦੀਆਂ ਹੁਣ ਜੋ ਏਜੰਸੀਜ਼ ਆ ਉਹ ਸਪੈਸ਼ਲ ਹੀ ਆਪਣੇ ਕੰਮ ਦੇ ਵਿੱਚ ਐਕਸਪਰਟਾਈਜ਼ ਹੁੰਦੀਆਂ ਸੋ ਆਪਾਂ ਆਪਣਾ ਕੰਮ ਜੋ ਬਿਜ਼ਨਸਿਸ ਹੁੰਦੇ ਉਹ ਆਪਣਾ ਕੰਮ ਉਹਨਾਂ ਏਜੰਸੀਜ਼ ਨੂੰ ਦੇ ਦਿੰਦੇ ਆ ਇਸ ਦੇ ਨਾਲ ਕੀ ਕੰਮ ਦੇ ਵਿੱਚ ਐਕਸਪਰਟਾਈਜ਼ ਵੀ ਆਉਂਦੀ ਹੈ ਔਰ ਕੀ ਕੰਮ ਘੱਟ ਕੋਸਟ ਦੇ ਵਿੱਚ ਵੀ ਹੁੰਦਾ ਹੈ concept of BPO ਹੁਣ ਕੀ business process outsourcing BPO it's important a new type of business activity has come into being in the last 15 years BPO last 15 years ਤੋਂ ਹੀ ਆਏ ਹੈ ਠੀਕ ਹੈ ਇਸ ਐਕਟੀਵਿਟੀਜ਼ ਦੇ ਵਿੱਚ ਕੀ ਹੁੰਦਾ it is a practice of getting some business activities being done by outside agencies ਇਸ ਦੇ ਵਿੱਚ ਕੀ ਹੈ ਕੁਛ ਜੋ ਬਿਜ਼ਨਸ ਦੀਆਂ ਐਕਟੀਵਿਟੀਜ਼ ਹੈ ਉਹ ਆਊਟਸਾਈਡ ਏਜੰਸੀਜ਼ ਤੋਂ ਕਰਵਾਇਆ ਜਾਂਦਾ ਇਸ ਪ੍ਰੈਕਟਿਸ ਨੂੰ ਕੀ ਕਹਿੰਦੇ ਆ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ ਦੀ ਅਰਲੀਅਰ ਪ੍ਰੈਕਟਿਸ ਵਾਜ਼ ਟੂ ਅੰਡਰਟੇਕ all business tasks on its own only those activities were contracted to outside agencies which would come occasionally
ਪਹਿਲੇ ਕੀ ਹੁੰਦਾ ਸੀ ਸਟੂਡੈਂਟਸ, ਜੋ ਮੇਨ ਕੰਮ ਹੁੰਦੇ ਸੀ, ਜੋ ਵੀ ਇੰਪੋਰਟੈਂਟ ਟਾਸਕਸ ਹੁੰਦੇ ਸੀ ਆਰਗੇਨਾਈਜੇਸ਼ਨ ਦੇ ਵਿੱਚ ਹੀ ਕੀਤੇ ਜਾਂਦੇ ਸੀ, ਬਿਜ਼ਨਸ ਦੇ ਵਿੱਚ ਕੀਤੇ ਜਾਂਦੇ ਸੀ। ਲੇਕਿਨ ਜੋ ਵੀ ਅਨਇੰਪੋਰਟੈਂਟ, ਠੀਕ ਹੈ, ਅਨਇੰਪੋਰਟੈਂਟ ਵਰਕ ਹੁੰਦਾ ਸੀ ਉਹ ਆਊਟਸਾਈਡ ਏਜੰਸੀਜ਼ ਨੂੰ ਦਿੱਤਾ ਜਾਂਦਾ ਸੀ। ਜੋ ਉਹ ਕੰਮ ਹੈ ਉਹ ਕਰਨਾ ਵਿੱਚ ਜ਼ਰੂਰੀ ਹੈ, ਲੇਕਿਨ ਇੰਨਾ ਇੰਪੋਰਟੈਂਟ ਵੀ ਨਹੀਂ ਹੈਗਾ, ਠੀਕ ਹੈ, ਉਹ ਹੀ ਟਰਾਂਸਫਰ ਕੀਤਾ ਜਾਂਦਾ ਸੀ ਆਊਟਸਾਈਡ ਏਜੰਸੀਜ਼ ਨੂੰ। ਔਰ ਜੋ ਓਕੇਜ਼ਨਲੀ ਕਦੇ ਕਦੇ ਵਾਲਾ ਕੰਮ ਹੁੰਦਾ ਸੀ ਉਹ ਟਰਾਂਸਫਰ ਕੀਤਾ ਜਾਂਦਾ ਸੀ। For example, company would hire an advertising agency for designing the advertisements or carrying out the advertisement campaign, ठीक है। The services of the consultant may be get hired for getting the employees recruited, like अगर कोई रिक्रूटमेंट करनी है, कोई सिलेक्शन करनी है एम्पलाइज़ ਦੀ, ਉਹ ਓਕੇਜ਼ਨਲੀ ਹੁੰਦਾ, ਉਹ ਰੂਟੀਨ ਵਰਕ ਦੇ ਵਿੱਚ ਨਹੀਂ ਆਉਂਦਾ, ਠੀਕ ਹੈ। ਇਸ ਦੇ ਲਈ ਇਸ ਕੰਮ ਦੇ ਲਈ ਪਹਿਲਾਂ ਕੀ ਸੀ, ਸਪੈਸ਼ਲ ਟੀਮ ਅਰੇਂਜ ਕਰਦੇ ਸੀ ਜੋ ਆਊਟਸਾਈਡ ਏਜੰਸੀਜ਼ ਨੂੰ ਉਹਨਾਂ ਨੂੰ ਕੰਮ ਦੇ ਦਿੰਦੇ ਸੀ ਕਿ ਤੁਸੀਂ ਸਾਡੀ ਔਰਗਨਾਈਜੇਸ਼ਨ ਦੇ ਲਈ, ਸਾਡੀ ਬਿਜ਼ਨਸ ਦੇ ਲਈ ਪਰਸਨਸ ਰਿਕਰੂਟ ਕਰੋ, ਸਿਲੈਕਟ ਕਰੋ, ਠੀਕ ਹੈ। ਉਹ ਕੀ ਕੰਮ ਕਿਸ ਨੂੰ ਦਿੰਦੇ ਸੀ, ਆਊਟਸਾਈਡ ਏਜੰਸੀਜ਼ ਨੂੰ। ਲੇਕਿਨ ਹੋਰ ਕੀ ਕੰਮ ਕਹਿ ਰਹੇ, ਐਡਵਰਟਾਈਜ਼ਿੰਗ ਦਾ। ਐਡਵਰਟਾਈਜ਼ਿੰਗ ਕੀ ਹੈ, ਰੂਟੀਨ ਵਰਕ ਨਹੀਂ ਸੀਗਾ, ਕਦੇ ਕਦਾਈ ਕਰਵਾਉਣੀ ਸੀ, ਠੀਕ ਹੈ। ਉਹ ਵੀ ਕੰਮ ਟਰਾਂਸਫਰ ਕਰਦੇ ਸੀ, ਮਤਲਬ ਓਕੇਜ਼ਨਲੀ ਵਰਕ ਸੀ ਉਹ ਟਰਾਂਸਫਰ ਕਰਦੇ ਸੀ। ਲੇਕਿਨ ਸਟੂਡੈਂਟਸ ਹੁਣ ਬਿਲਕੁਲ ਹੀ ਚੇਂਜ ਹੋ ਚੁੱਕੇ ਹੈ। ਹੁਣ ਕੰਪਨੀਜ਼ ਹੈ ਉਹ ਹਾਇਰ ਕਰਦੀਆਂ ਉਹਦੀ ਹਾਇਰ ਕਰਦੀਆਂ ਆਊਟਸਾਈਡ ਏਜੰਸੀਜ਼ ਨੂੰ ਉਹਦੀ ਰੈਗੂਲਰ ਬੇਸਿਸ। ਜੋ ਆਊਟਸਾਈਡ ਏਜੰਸੀਜ਼ ਹੈ ਉਹ ਵਰਕ ਕਰਦੀਆਂ, ਪਰਫੋਰਮ ਕਰਦੀਆਂ ਕੰਮ ਨੂੰ ਫੋਰ ਦੀ ਬਿਜ਼ਨਸਿਸ ਉਹਦੀ ਰੈਗੂਲਰ ਬੇਸਿਸ। ਹੁਣ ਇਹ ਨਹੀਂ ਰਿਹਾ ਕਿ ਜਸਟ ਇੱਕ ਸਪੈਸੀਫਿਕ ਕੰਮ ਦੇ ਲਈ ਫੋਰ ਦੀ ਪਰਟੀਕੂਲਰ ਪੀਰੀਅਡ ਆਫ ਟਾਈਮ। ਹੁਣ ਰੈਗੂਲਰ ਬੇਸਿਸ ਹੀ ਜੋ ਔਰਗਨਾਈਜੇਸ਼ਨਸ ਹੈ ਉਹ ਆਊਟਸਾਈਡ ਏਜੰਸੀਜ਼ ਨੂੰ ਕੰਮ ਦੇ ਦਿੰਦੀਆਂ। ਉਹ ਔਰਗਨਾਈਜੇਸ਼ਨ ਦੇ ਲਈ ਉਹ ਕੰਮ ਰੈਗੂਲਰ ਬੇਸਿਸ 'ਤੇ ਕਰਦੇ ਆ, ਮੀਨਸ ਪਰਮਾਨੈਂਟ ਹੀ ਕਰਦੇ ਆ, ਠੀਕ ਹੈ। ਇਹੀ ਸੀ ਕੰਸੈਪਟ ਆਫ BPO। ਨੈਕਸਟ ਇਜ਼ ਸਕੋਪ ਆਫ BPO। ਸਕੋਪ ਦੇਖੋ BPO ਦਾ ਕੀ ਹੈ, ਆਊਟਸੋਰਸਿੰਗ ਇਜ਼ ਐਨ ਐਕਟੀਵਿਟੀ ਅੰਡਰਟੇਕਨ ਔਨ ਬਿਹਾਫ ਆਫ ਅਨਦਰ ਫਰਮ। ਆਊਟਸੋਰਸਿੰਗ ਕੀ ਹੈ, ਐਕਟੀਵਿਟੀ ਉਹੀ ਐਕਟੀਵਿਟੀ ਹੈ ਜੋ ਕਿ ਅਦਰ ਫਰਮ ਦੇ ਬਿਹਾਫ ਦੇ ਉੱਤੇ ਕੀਤੀ ਜਾਂਦੀ ਹੈ। ਇਟ ਕੈਨ ਬੀ ਦੀ ਏਰੀਆਸ ਇਨ ਦੀ ਏਰੀਆਸ ਆਫ ਦੀ ਮੈਨੂਫੈਕਚਰਿੰਗ, ਕੰਟਰੈਕਟ ਰਿਸਰਚ, ਕੰਟਰੈਕਟ ਸੇਲਸ, ਇਨਫੋਰਮੇਸ਼ਨ ਐਕਸੈਟਰਾ। ਆਊਟਸੋਰਸਿੰਗ ਦੇ ਵਿੱਚ ਲਾਈਕ ਮੈਨੂਫੈਕਚਰਿੰਗ ਦਾ ਕੰਮ ਹੋਵੇ, ਕੋਈ ਕੰਟਰੈਕਟ ਰਿਸਰਚ ਕਰਾਉਣੀ ਹੋਵੇ, ਠੀਕ ਹੈ। ਕੁਛ ਸੇਲਸ, ਅਗਰ ਕੁਛ ਸੇਲਸ ਦਾ ਕੰਮ ਹੈ ਉਹ ਆਊਟਸਾਈਡ ਏਜੰਸੀ ਨੂੰ ਦੇ ਦਿੱਤੇ ਜਾਂਦੇ ਆ। ਕੋਈ ਵੀ ਇਨਫੋਰਮੇਸ਼ਨ ਨਿਕਾਲਣੀ ਹੋਵੇ ਉਹ ਕੰਮ ਕਿਹਦਾ ਹੁੰਦਾ, ਆਊਟਸੋਰਸਿੰਗ, ਮਤਲਬ ਆਊਟਸਾਈਡ ਏਜੰਸੀਜ਼ ਹੁੰਦੀਆਂ ਉਸਨੂੰ ਦਿੱਤਾ ਜਾਂਦਾ ਹੈ। ਆਊਟਸੋਰਸਿੰਗ ਇਜ਼ ਜਨਰਲੀ ਬੀਇੰਗ ਐਸੋਸੀਏਟਡ ਮੋਰ ਵਿਦ IT ਇਨੇਬਲਡ ਸਰਵਿਸਿਜ਼। ਆਊਟਸੋਰਸਿੰਗ ਜਨਰਲੀ ਕਿਸ ਚੀਜ਼ ਦੇ ਵਿੱਚ ਜ਼ਿਆਦਾ, ਕਿਸ ਚੀਜ਼ ਦੇ ਵਿੱਚ, ਮਤਲਬ ਜੋ ਜ਼ਿਆਦਾ ਆਊਟਸਾਈਡ ਏਜੰਸੀਜ਼ ਦਾ ਕੰਮ ਬੇਸਿਕਲੀ IT ਇਨੇਬਲਡ ਸਰਵਿਸਿਜ਼ ਪ੍ਰੋਵਾਈਡ ਕਰਦੀਆਂ, ਠੀਕ ਹੈ। ਦੀ BPO ਇੰਡਸਟਰੀ 70% ਆਫ ਦੀ ਰੈਵਨਿਊਜ਼ ਕਮ ਫਰੋਮ ਦੀ ਕੋਲ ਸੈਂਟਰ। ਮਤਲਬ ਜੋ ਵੀ ਆਊਟਸਾਈਡ ਏਜੰਸੀਜ਼ ਹੈ ਉਹ 70% ਆਪਣਾ ਰੈਵਨਿਊ ਕਿੱਥੋਂ ਲੈਂਦੀ ਹੈ, ਕੋਲ ਸੈਂਟਰਸ ਤੋਂ। ਮਤਲਬ ਬੇਸਿਕਲੀ ਜੋ ਔਰਗਨਾਈਜੇਸ਼ਨਸ ਹੈ, ਫਰਮਸ ਹੈ, ਬਿਜ਼ਨਸਿਸ ਹੈ, ਉਹ ਆਪਣਾ ਆਊਟਸਾਈਡ ਏਜੰਸੀਜ਼ ਨੂੰ ਕੰਮ ਕਿਸਾ ਦਿੰਦੇ, ਕੋਲ ਸੈਂਟਰਸ ਦਾ, ਠੀਕ ਹੈ। ਕੋਲ ਸੈਂਟਰਸ ਓਪਨ ਕੀਤੇ ਹੁੰਦੇ ਆਊਟਸਾਈਡ ਏਜੰਸੀਜ਼ ਨੇ, ਬਿਜ਼ਨਸ ਫਰਮਸ ਨਾਲ ਕੰਟਰੈਕਟ ਹੁੰਦੇ ਹੈ ਕੋਲ ਸੈਂਟਰਸ ਦੇ, ਠੀਕ ਹੈ। 20% ਫਰੋਮ ਡਾਟਾ ਵਰਕ, ਡਾਟਾ ਨਾਲ ਰਿਲੇਟਡ ਰਿਸਰਚ ਵਰਕ। ਇਹ ਕੀ ਹੈ, ਕੁਛ ਆਊਟਸਾਈਡ ਏਜੰਸੀਜ਼ ਡਾਟਾ ਵਰਕ ਨਾਲ ਰਿਲੇਟਡ ਹੈ। ਰਿਮੇਨਿੰਗ 10% ਫਰੋਮ ਹਾਇਰ ਵੈਲਿਊ ਇਨਫੋਰਮੇਸ਼ਨ ਵਰਕ। ਇਹ ਕੀ ਹੈ, ਇਨਫੋਰਮੇਸ਼ਨ ਨਿਕਾਲਦੀ ਹੈ, ਠੀਕ ਹੈ। ਮਤਲਬ ਇੱਥੋਂ BPO ਇੰਡਸਟਰੀਜ਼ ਨੂੰ ਰੈਵਨਿਊ ਆਉਂਦੇ ਹੈ। ਬੇਸਿਕਲੀ ਕਿਸੇ ਉੱਤੇ ਲੱਗੀਆਂ ਵੀ IT ਇਨੇਬਲਡ ਸਰਵਿਸਿਜ਼ ਹੁੰਦੀਆਂ, ਮਤਲਬ IT ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ ਰਿਲੇਟਡ ਕੰਮ ਜੋ ਕਰਦੀਆਂ ਆਊਟਸਾਈਡ ਏਜੰਸੀਜ਼ ਕਰਦੀਆਂ। ਦੀ ਕੀ ਏਰੀਆਜ਼ ਆਫ BPO, ਕਿਹੜੇ ਏਰੀਆਜ਼ ਹੈ, ਕੰਟਰੈਕਟ ਮੈਨੂਫੈਕਚਰਿੰਗ, ਕੋਈ ਮੈਨੂਫੈਕਚਰਿੰਗ ਦਾ ਕੰਮ ਹੋਵੇ, ਰਿਸਰਚ ਵਰਕ, ਕੋਈ ਸੇਲਸ ਕਰਾਉਣੀ ਹੋਵੇ, ਇਨਫੋਰਮੇਸ਼ਨ ਨਿਕਾਲਣੀ ਹੋਵੇ, ਠੀਕ ਹੈ। ਇਹ ਬੇਸਿਕਲੀ ਇਸ ਦੇ ਉੱਤੇ ਬੇਸਡ ਹੈ। ਦੀ ਨੀਡ ਐਂਡ ਐਡਵਾਂਟੇਜਿਸ ਆਫ BPO, ਕੀ ਜ਼ਰੂਰਤ ਪਈ ਆਊਟਸੋਰਸਿੰਗ ਦੇ ਲਈ। The need or importance of outsourcing can be described as follows. As the first point is the thrust on core areas.
Outsourcing become popular, reliable firms starting assigning their additional work to the outstanding agencies। जो organizations ਹੁੰਦੀਆਂ firms ਹੁੰਦੀਆਂ ਉਹਨਾਂ ਦਾ ਜੋ ਵੀ additional work ਹੁੰਦਾ ਉਹ ਕੀ outside agencies ਨੂੰ ਦੇ ਦਿੰਦੀਆਂ so that ਕਿ organizations ਹੈ ਉਹ ਆਪਣਾ ਮੇਨ ਕੰਸਨਟ੍ਰੇਸ਼ਨ ਹੈ ਆਪਣੀ ਕੋਰ ਐਕਟੀਵਿਟੀਜ਼ ਇੰਪੋਰਟੈਂਟ ਐਕਟੀਵਿਟੀਜ਼ ਹੈ ਫਰਮ ਦੀਆਂ ਜਿਸसे ਡਿਸੀਜ਼ਨਸ ਲੈਣੇ ਇੰਪੋਰਟੈਂਟ ਹੈ ਉਸ ਦੇ ਉੱਤੇ ਕੰਸਨਟ੍ਰੇਟ ਕਰ ਸਕੇ ਠੀਕ ਹੈ। use of specialized services, the outsourcing agencies are specialist in their areas। जो outside agencies ਹੁੰਦੀ ਹੈ students ਉਹ ਆਪਣੇ ਕੰਮ ਦੇ ਵਿੱਚ expertise ਹੁੰਦੇ specialized ਹੁੰਦੇ ਆ ਠੀਕ ਹੈ। ਸੋ ਅਗਰ organizations ਉਹਨਾਂ ਨੂੰ ਆਪਣੀ organization ਦੇ ਵਿੱਚ ਸੈਟਅਪ ਕਰਨਗੇ ਉਹ ਪਰਟੀਕੂਲਰ ਏਰੀਆਜ਼ ਆਪਣੀ ਔਰਗਨਾਈਜੇਸ਼ਨ ਦੇ ਵਿੱਚ ਸੈਟਅਪ ਕਰਨਗੇ ਦੈਨ ਦੇ ਹੈਵ ਟੂ ਪੇ ਦੀ ਅ ਲੋਟ ਆਫ ਕੋਸਟ ਠੀਕ ਹੈ। ਸੋ ਅਗਰ ਉਹ ਬਾਹਰੋਂ ਆਊਟਸਾਈਡ ਏਜੰਸੀਜ਼ ਤੋਂ ਉਹ ਕੰਮ ਕਰਾਉਂਦੇ ਦੈਨ ਉਹਨਾਂ ਨੂੰ ਘੱਟ ਕੋਸਟ ਦੇ ਉੱਤੇ ਬੈਟਰ ਜੋ ਕੀ ਹੈ ਬੈਟਰ ਕੰਮ ਮਿਲੂਗਾ ਠੀਕ ਹੈ। ਸੋ ਇਸ ਦੇ ਨਾਲ ਕਿ ਸਪੈਸ਼ਲਾਈਜ਼ ਸਰਵਿਸਿਜ਼ ਦਾ ਆਪਾਂ ਯੂਜ਼ ਲੈ ਸਕਦੇ ਹਾਂ ਬਿਜ਼ਨਸਿਸ ਹੈ ਯੂਜ਼ ਕਰ ਸਕਦੇ ਹਾਂ। ਇਕਨੋਮਿਕਲ ਹੈ ਇਕਨੋਮਿਕਲ ਮੀਨਸ ਚੀਪਰ ਹੈ ਠੀਕ ਹੈ। ਆ ਦੇਖੋ ਸੇਮ ਗੱਲ ਕਿ ਇਟ ਇਜ਼ ਮੋਸਟ ਇਕਨੋਮਿਕਲ ਟੂ ਯੂਜ਼ ਆਊਟਸੋਰਸਿੰਗ ਇੰਸਟੈਂਟ ਆਫ ਕ੍ਰੀਏਟਿੰਗ ਦੀ ਡਿਪਾਰਟਮੈਂਟਸ ਫॉर ਪ੍ਰੋਵਾਈਡਿੰਗ ਸਚ ਸਰਵਿਸਿਜ਼। ਕਹਿੰਦੇ ਉਹ ਡਿਪਾਰਟਮੈਂਟਸ ਨੂੰ ਆਪਣੀ ਔਰਗਨਾਈਜੇਸ਼ਨ ਦੇ ਵਿੱਚ ਸੈਟਅਪ ਕਰਨ ਨਾਲੋਂ ਜ਼ਿਆਦਾ ਇਕਨੋਮਿਕਲ ਕੀ ਹੈ ਤੁਸੀਂ ਆਊਟਸਾਈਡ ਏਜੰਸੀਜ਼ ਹੈ ਉਹਨਾਂ ਤੋਂ ਕੰਮ ਕਰਵਾਓ। better services, the service provider have better infrastructure to offer the performance। ਉਹਨਾਂ ਕੋਲ ਜ਼ਿਆਦਾ ਵਧੀਆ ਇਨਫਰਾਸਟਰਕਚਰ ਹੁੰਦਾ ਹੈ ਉਹਨਾਂ ਕੋਲ ਪ੍ਰੋਪਰ ਫੈਸਿਲਿਟੀਜ਼ ਹੁੰਦੇ ਹੈ ਅਵਾਇਡਿੰਗ ਲੇਬਰ ਪ੍ਰੋਬਲਮਸ। ਅਗਰ when some services are outsourced then there is no need to employ persons for such job। ਹੁਣ ਆਪਾਂ ਨੂੰ ਉਸ ਜੋਬਸ ਕਰਨ ਦੇ ਲਈ ਉਸ ਉਹ ਕੰਮ ਕਰਨ ਦੇ ਲਈ ਆਪਣੀ ਔਰਗਨਾਈਜੇਸ਼ਨ ਦੇ ਵਿੱਚ ਲੇਬਰਸ ਰਿਕੁਆਇਰਡ ਨਹੀਂ ਹੈਗੀ ਕਿਉਂਕਿ ਉਹ ਕੰਮ ਆਪਾਂ ਬਾਹਰੋਂ ਕਿਤੋਂ ਕਰਵਾ ਰਹੇ ਹਾਂ। ਸੋ ਇਹ ਵੀ ਆਪਾਂ ਨੂੰ ਜੋ ਪ੍ਰੋਬਲਮ ਹੈ ਲੇਬਰਸ ਨੂੰ ਲੈ ਕੇ ਆਉਣ ਦੀ ਉਹ ਵੀ ਖਤਮ ਹੋ ਰਹੀ ਹੈ। ਸੇਵਿੰਗ ਔਨ ਇਨਫਰਾਸਟਰਕਚਰ ਕਿੱਥੇ ਆਊਟਸਾਈਡ ਏਜੰਸੀਜ਼ ਤੋਂ ਕੰਮ ਕਰਾ ਰਹੇ ਹਾਂ ਕਿੱਥੇ ਉਹੀ ਇਨਵੈਸਟਮੈਂਟ ਆਪਾਂ ਆਪਣੀ ਜੋ ਵੀ ਉਸ ਸੈਟਅਪ ਕਰਨ ਦੇ ਲਈ ਉਸ ਏਰੀਆਜ਼ ਨੂੰ ਉਸ ਪਰਟੀਕੂਲਰ ਅਗਰ ਏਜੰਸੀਜ਼ ਤੋਂ ਨਾ ਕਰਾਉਂਦੇ ਆਪਣੀ ਔਰਗਨਾਈਜੇਸ਼ਨ ਦੇ ਵਿੱਚ ਸੈਟਅਪ ਕਰਦੇ ਦੈਨ ਪਲੇਸ ਚਾਹੀਦੀ ਹੈ ਠੀਕ ਹੈ। ਉਹ ਸਾਰਾ ਇਨਫਰਾਸਟਰਕਚਰ ਕਰਨ 'ਤੇ ਆਪਾਂ ਨੂੰ ਖਰਚਾ ਪੈਂਦਾ ਉਸ ਨੂੰ ਆਪਾਂ ਸੇਵ ਕਰ ਸਕਦੇ ਹਾਂ। ਲੋਅਰਿੰਗ ਰਿਸਕ ਚਾਂਸਿਸ ਰਿਸਕ ਵੀ ਘੱਟਦਾ when services are assigned to specialists in those areas then their chances of risk of such services are lowered। temporary services when some services are temporarily required it is better to get then performed by outside agencies। sometimes ਕੀ ਆਪਣੇ ਕੋਲ temporary services ਹੁੰਦੀਆਂ ਲਾਈਕ ਇੱਕ ਵਾਰ ਕਰਾ ਲਈ ਉਸ ਤੋਂ ਬਾਅਦ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਕਰਾਉਣ ਦੀ ਦੈਨ ਇਟ ਇਜ਼ ਬੈਟਰ ਕਿ ਆਪਾਂ ਉਹ ਬਾਹਰਲੀਆਂ ਇੰਡਸਟਰੀਜ਼ ਤੋਂ ਕਰਾਈਏ। ਅਗਰ ਆਪਾਂ ਸੈਟਅਪ ਕਰ ਲਿਆ ਉਸਦਾ ਆਪਾਂ ਨੂੰ ਕੀ ਫਾਇਦਾ ਆਪਾਂ ਨੇ ਜਸਟ ਉਸਨੂੰ ਟੈਂਪਰੇਰੀ ਕਰਾਉਣਾ ਕੰਮ ਤਾਂ ਇੱਕ ਦੋ ਵਾਰ ਵਾਲੇ ਕੰਮ ਆਪਾਂ ਬਾਹਰੋਂ ਕਰਵਾ ਸਕਦੇ ਹਾਂ ਠੀਕ ਹੈ। ਇਹ ਸੀ ਆਪਣਾ ਆਊਟਸੋਰਸਿੰਗ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ। ਆਈ ਹੋਪ ਸੋ ਸਟੂਡੈਂਟਸ ਤੁਹਾਨੂੰ ਇਹ ਟੋਪਿਕ ਕਲੀਅਰ ਹੋਇਆ ਹੋਵੇ। ਥੈਂਕ ਯੂ।